ਅੱਜ ਆਪਾਂ ਨੇ ਡਿਸਕਸ਼ਨ ਕਰਨੀ ਆ ਬੈਂਕ ਸਟੇਟਮੈਂਟ ਦੇ ਬਾਰੇ। ਬੈਂਕ ਸਟੇਟਮੈਂਟ ਇੱਕ ਬਹੁਤ ਮੋਸਟ ਇੰਪੋਰਟੈਂਟ ਡਾਕੂਮੈਂਟ ਹੁੰਦਾ ਹੈ। ਤੁਹਾਡੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਦੇਸ਼ ਦਾ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਜਿਹੜਾ ਮੋਸਟ ਇੰਪੋਰਟੈਂਟ ਡਾਕੂਮੈਂਟ ਆ ਉਹ ਹੈਗਾ ਤੁਹਾਡੀ ਬੈਂਕ ਸਟੇਟਮੈਂਟ। ਬੈਂਕ ਸਟੇਟਮੈਂਟ ਜ਼ਰੂਰੀ ਕਿਉਂ ਹੁੰਦੀ ਆ? ਕਿਉਂ ਵੀਜ਼ਾ ਆਫਿਸਰ ਜਾਂ ECO ਐਂਟਰੀ ਕਲੀਅਰੈਂਸ ਆਫਿਸਰ ਤੁਹਾਡੇ ਤੋਂ ਬੈਂਕ ਸਟੇਟਮੈਂਟ ਮੰਗਦਾ ਹੈ? ਕਿਉਂਕਿ ਉਹਨਾਂ ਨੇ ਤੁਹਾਡੇ ਟਾਈਜ਼ ਦੇਖਣੇ ਹੁੰਦੇ ਨੇ, ਤੁਹਾਡੇ ਫਾਈਨੈਂਸ਼ੀਅਲ ਟਾਈਜ਼, ਤੁਹਾਡੇ ਸੋਸ਼ਲ ਟਾਈਜ਼। ਉਹਨਾਂ ਨੇ ਪਤਾ ਕਰਨਾ ਹੁੰਦਾ ਕਿ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਸੈਟਲ ਹੋ ਜਾਂ ਨਹੀਂ ਸੈਟਲ ਹੈਗੇ। ਕਿਉਂਕਿ ਜੇਕਰ ਤੁਸੀਂ ਸੈਟਲ ਹੋ ਤੁਸੀਂ ਤਾਂ ਹੀ ਵਾਪਸ ਆਓਗੇ। ਉਹਨਾਂ ਨੇ ਪਤਾ ਕਰਨਾ ਹੁੰਦਾ ਤੁਸੀਂ ਕਿੰਨਾ ਕਮਾਉਂਦੇ ਹੋ, ਕਿੰਨਾ ਤੁਸੀਂ ਖਰਚਦੇ ਹੋ ਤੇ ਕਿੰਨੀ ਤੁਹਾਡੀ ਬੱਚਤ ਆ। ਇਹ ਸਾਰਾ ਕੁਝ ਪਤਾ ਕਰਨੇ ਲਈ ਉਹ ਤੁਹਾਡੇ ਤੋਂ ਤੁਹਾਡੀ ਬੈਂਕ ਸਟੇਟਮੈਂਟ ਮੰਗਦੇ ਨੇ। ਉਹ ਤੁਹਾਡੀ ਐਂਟਰੀਜ਼ ਦੇਖਦੇ ਨੇ, ਤੁਸੀਂ ਖਰਚਾ ਕਿੱਥੇ ਕਰ ਰਹੇ ਹੋ, ਉਹਦੇ ਤੋਂ ਤੁਹਾਡੇ ਟਾਈਜ਼ ਪਤਾ ਲੱਗਦੇ ਨੇ। ਪਤਾ ਲੱਗਦਾ ਕਿ ਤੁਸੀਂ ਕਿੰਨੇ ਕੁ ਪਾਣੀ 'ਚੋਂ। ਸਿੱਧੀ ਪੰਜਾਬੀ 'ਚ ਤੁਹਾਨੂੰ ਗੱਲ ਦੱਸ ਰਿਹਾ। ਓਕੇ, ਤੇ ਆਪਾਂ ਜੋ ਇਹ ਬੈਂਕ ਸਟੇਟਮੈਂਟ ਦੀ ਵੀਡੀਓ ਆ ਨਾ, ਇਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਾਂਗੇ, ਠੀਕ ਆ। ਅੱਜ ਮੈਂ ਜੋ ਡਿਸਕਸ਼ਨ ਕਰਨ ਲੱਗਿਆ, ਅੱਜ ਤੁਹਾਨੂੰ ਸੈਲਰੀ ਪ੍ਰੋਫਾਈਲ ਦੀ ਬੈਂਕ ਸਟੇਟਮੈਂਟ ਬਾਰੇ ਦੱਸ ਰਹੇ ਹਾਂ ਤੇ ਬਿਜ਼ਨਸ ਪ੍ਰੋਫਾਈਲ ਦੀ ਬੈਂਕ ਸਟੇਟਮੈਂਟ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ। ਸੈਲਰੀ, ਜਦੋਂ ਸੈਲਰੀ ਇੰਪਲੋਏ ਹੋ ਤੁਸੀਂ, ਸੈਲਰੀ ਪਰਸਨ ਹੋ, ਤੁਹਾਨੂੰ ਸੈਲਰੀ ਆਉਂਦੀ ਆ ਤਾਂ ਉਹਦੇ ਵਿੱਚ ਧਿਆਨ ਦੇਣੇ ਵਾਲੀਆਂ ਗੱਲਾਂ ਕੀ ਨੇ? ਉਹਦੇ ਵਿੱਚ ਧਿਆਨ ਦੇਣੇ ਵਾਲੀ ਗੱਲ ਇਹ ਆ ਕਿ ਇੱਕ ਤਾਂ ਸੈਲਰੀ ਤੁਹਾਨੂੰ ਹਰ ਮਹੀਨੇ ਸੇਮ ਤਰੀਕ ਨੂੰ ਆਵੇ। ਇੱਕ ਦੋ ਉੱਪਰ ਨੀਚੇ ਹੋ ਸਕਦੀਆਂ ਤਰੀਕ, ਡੇਟ, ਬਟ ਇਹ ਨਹੀਂ ਆ ਕਿ ਤੁਸੀਂ ਬਹੁਤ ਜ਼ਿਆਦਾ ਫਰਕ ਪਾ ਦਿਓ ਉਹਦੇ ਵਿੱਚ। ਉਹ ਸਹੀ ਨਹੀਂ ਹੈਗਾ। ਦੂਜੀ, ਸੈਲਰੀ ਤੁਹਾਡੀ ਸੇਮ ਆਵੇ ਹਰ ਮਹੀਨੇ, ਉੱਪਰ ਨੀਚੇ ਨਾ ਹੋਵੇ। ਜੇਕਰ ਤੁਹਾਡੀ ਸੈਲਰੀ ਉੱਪਰ ਨੀਚੇ ਹੋ ਰਹੀ ਆ, ਇਹਨੂੰ ਇਨਲਾਈਨ ਕਹਿੰਦੇ ਨੇ। ਜੋ ਤੁਹਾਡੀ ਸੈਲਰੀ ਇੱਕ ਤੋਂ ਬਾਅਦ ਇੱਕ ਆ ਰਹੀ ਆ, ਉਹ ਸੇਮ ਆਉਂਦੀ ਆ ਨਾ ਜਦੋਂ, ਉਹਨੂੰ ਇਨਲਾਈਨ ਕਹਿੰਦੇ ਨੇ। ਉਹ ਜੋ ਤੁਹਾਡੀ ਇਨਕਮ ਆ ਉਹ ਇਨਲਾਈਨ ਹੋਣੀ ਹੀ ਚਾਹੀਦੀ ਆ, ਠੀਕ ਹੈ ਜੀ। ਇਸੇ ਲਈ ਮੰਨਿਆ ਜਾਂਦਾ ਕਿ ਜਿਹੜੀ ਤੁਸੀਂ ਪੂਰੇ ਅਨੁਸ਼ਾਸਨ ਵਿੱਚ ਹੋ। ਜੇਕਰ ਤੁਸੀਂ ਕਿਤੇ ਓਵਰ ਟਾਈਮ ਲਾਇਆ ਜਾਂ ਕੋਈ ਹੋਰ ਤੁਹਾਨੂੰ ਕੋਈ ਬੋਨਸ ਮਿਲਿਆ ਹੈ, ਬਈ ਤੁਹਾਨੂੰ ਸੈਲਰੀ ਕਦੇ ਵੱਧ ਰਹੀ ਆ ਕਦੇ ਘਟ ਰਹੀ ਆ, ਤਾਂ ਉਹ ਚੀਜ਼ ਨਾ ਤੁਹਾਡੀ ਫਿਰ ਸੈਲਰੀ ਸਲਿੱਪ ਵਿੱਚ ਸਾਬਤ ਹੋਣੀ ਚਾਹੀਦੀ ਹੈ ਕਿ ਤੁਸੀਂ ਓਵਰ ਟਾਈਮ ਕਰਿਆ ਜੀ, ਆਹ ਚੀਜ਼ ਦੇ ਤੁਹਾਨੂੰ ਪੈਸੇ ਆਏ, ਆਹ ਤੁਹਾਨੂੰ ਬੋਨਸ ਦੇ ਪੈਸੇ ਆਏ, ਆਹ ਤੁਹਾਨੂੰ ਮੈਡੀਕਲ ਦੇ ਪੈਸੇ ਆਏ। ਉਹ ਹਰ ਚੀਜ਼ ਫਿਰ ਤੁਹਾਡੀ ਸੈਲਰੀ ਸਲਿੱਪ ਵਿੱਚ ਸਾਬਤ ਹੋਣੀ ਚਾਹੀਦੀ ਹੈ। ਤੇ ਮੰਨ ਲਓ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੰਨ ਲਓ ਤੁਹਾਡੀ 40,000 ਸੈਲਰੀ ਆ, ਜਿਹਦੇ ਵਿੱਚੋਂ 15,000 ਤੁਸੀਂ ਘਰ ਦਾ ਖਰਚ ਕਰਦੇ ਹੋ ਤੇ ਬਾਕੀ ਤੁਹਾਡੀ ਬੱਚਤ ਆ। ਹੁਣ ਜਿਹੜਾ 15,000 ਰੁਪਇਆ ਤੁਸੀਂ ਘਰੇ ਖਰਚ ਕਰਦੇ ਹੋ, ਉਹ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਕੈਸ਼ ਖਰਚਾ ਕਰੋ। ਜੋ ਵੀ ਖਰਚਾ ਕਰਨਾ, ਯੂਜ਼ ਯੂਅਰ ਡੈਬਿਟ ਕਾਰਡ, ATM and Google Pay, Paytm, these things you can use। ਕੋਸ਼ਿਸ਼ ਕਰੋ ਘੱਟ ਤੋਂ ਘੱਟ ਤੁਸੀਂ ਕੈਸ਼ ਪੈਸਾ ਕਢਾਓ, ਹੈ ਨਾ। ਜਿੰਨਾ ਹੋ ਸਕੇ ਕੈਸ਼ ਘੱਟ ਕਰੋ। ਤੇ ਐਂਟਰੀਜ਼ ਕਿੰਨੀਆਂ ਹੋਣੀਆਂ ਚਾਹੀਦੀਆਂ, ਕਿੰਨੀ ਕੁ ਟ੍ਰਾਂਜੈਕਸ਼ਨ ਹੋਣੀ ਚਾਹੀਦੀ ਹੈ, ਇਹਦੇ ਕੋਈ ਉਹ ਨਹੀਂ। ਮਤਲਬ ਕਿ ਜਿੰਨੀਆਂ ਕੁ ਵੀ ਟ੍ਰਾਂਜੈਕਸ਼ਨ ਹੋਣ, ਹੈ ਨਾ, ਮਤਲਬ ਜੈਨੂਅਨ ਜੀਆਂ ਹੋਣੀਆਂ ਚਾਹੀਦੀਆਂ, ਜੈਨੂਇਨਿਟੀ ਹੋਣੀ ਚਾਹੀਦੀ ਹੈ ਤੁਹਾਡੀ ਪ੍ਰੋਫਾਈਲ ਦੇ ਵਿੱਚ। ਮੰਨ ਲਓ ਹੁਣ ਇਹ ਜਿਹੜਾ, ਮੰਨ ਲਓ ਤੁਸੀਂ 15,000 ਰੁਪਇਆ ਖਰਚਾ ਕਰਦੇ ਹੋ, ਠੀਕ ਆ। ਤੁਹਾਡੀ 40,000 ਇਨਕਮ ਆ, ਤੁਸੀਂ 15,000 ਖਰਚਾ ਕਰਦੇ ਹੋ, ਠੀਕ ਆ, ਹੈ ਨਾ। 25 ਤੁਹਾਡੀ ਬੱਚਤ ਵੀ ਆ।
ਹੁਣ ਜੇਕਰ ਤੁਸੀਂ 40,000 ਕਮਾਉਂਦੇ ਹੋ, ਤੁਸੀਂ ਖਰਚੇ ਹੀ 5-7 ਹਜ਼ਾਰ ਕਰ ਰਹੇ ਹੋ, ਉੱਪਰੋਂ ਤੁਸੀਂ ਮੈਰਿਡ ਵੀ ਹੋ, ਤੁਹਾਡੇ ਬੱਚਾ ਵੀ ਆ, ਠੀਕ ਹੈ ਜੀ, ਤਾਂ ਇਹ ਗਲਤ ਆ ਨਾ, ਕਿਉਂਕਿ ਤੁਸੀਂ ਬੱਚੇ ਦੀ ਵੀ ਫੀਸ ਦੇਣੀ ਹੋਊਗੀ, ਤੁਸੀਂ ਆਪਣੀ ਵਾਈਫ ਦਾ ਵੀ ਖਰਚਾ ਕਰਨਾ ਹੈ, ਘਰ ਦਾ ਖਰਚਾ ਵੀ ਕਰਨਾ, ਤਾਂ ਉਹ ਗੱਲ ਡਾਊਟ ਵਿੱਚ ਆਉਂਦੀ ਹੈ ਕਿ ਤੁਸੀਂ 40,000 ਕਮਾ ਰਹੇ ਹੋ, ਤੁਹਾਡੇ ਨਾਲ ਫੈਮਿਲੀ ਵੀ ਆ, ਅਤੇ ਤੁਹਾਡੀ ਵਾਈਫ ਵੀ ਵਰਕਿੰਗ ਨਹੀਂ ਆ, ਤਾਂ ਖਰਚ ਤੁਸੀਂ ਬਹੁਤ ਘੱਟ ਕਰ ਰਹੇ ਹੋ। ਤਾਂ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਇਹ ਬੈਂਕ ਸਟੇਟਮੈਂਟ ਤੁਸੀਂ ਵੀਜ਼ਾ ਲੈਣ ਲਈ ਹੀ ਬਣਾਈ ਹੈ, ਠੀਕ ਹੈ ਜੀ, ਕ੍ਰੀਏਟ ਕੀਤੀ ਗਈ ਹੈ, ਇੱਥੋਂ ਡਾਊਟ ਪੈਂਦਾ ਹੈ। ਹੁਣ ਦੂਜੇ ਤਰੀਕੇ ਸੋਚ ਲੈਂਦੇ ਆਪਾਂ ਇਹਨੂੰ। ਤੁਸੀਂ 40,000 ਕਮਾਉਂਦੇ ਹੋ, ਖਰਚਾ ਹੀ ਤੁਸੀਂ 25-30 ਹਜ਼ਾਰ ਕਰ ਦਿੰਦੇ ਹੋ, ਪਿੱਛੇ ਬਚੇ ਹੀ 10,000, ਤਾਂ ਇੱਥੇ ਵੀ ਤੁਹਾਡਾ ਵੀਜ਼ਾ ਲੱਗਣ ਦੇ ਚਾਂਸ ਬਹੁਤ ਘੱਟ ਹੋਣਗੇ। ਕਿਉਂਕਿ ਤੁਸੀਂ ਸੈਟਲ ਨਹੀਂ ਹੋ, ਤੁਹਾਨੂੰ ਬੱਚਤ ਤਾਂ ਹੈ ਨਹੀਂ, 50% ਨਾਲੋਂ ਵੀ ਜ਼ਿਆਦਾ ਤੁਸੀਂ ਘਰੇ ਖਰਚ ਰਹੇ ਹੋ, ਤਾਂ ਫਿਰ ਬੱਚਤ ਕਿੱਥੇ ਆ ਤੁਹਾਡੀ? ਇਹਦਾ ਮਤਲਬ ਤੁਸੀਂ ਸੈਟਲ ਨਹੀਂ ਹੋ, ਤੁਹਾਡੇ ਵਾਪਸ ਆਉਣ ਦੇ ਚਾਂਸ ਘੱਟ ਨੇ। ਇਹ ਇਸ ਤਰ੍ਹਾਂ ਦੀ ਜਿਹੜੀ ਬੈਂਕ ਸਟੇਟਮੈਂਟ ਆ, ਇਹਨੂੰ ਕਮਜ਼ੋਰ ਕਿਹਾ ਜਾਊਗਾ, ਠੀਕ ਹੈ। ਜੋ ਬੈਂਕ ਸਟੇਟਮੈਂਟ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਕਿ 40,000 ਤੁਹਾਡੀ ਇਨਕਮ ਆ, 15,000 ਤੁਸੀਂ ਖਰਚਦੇ ਹੋ, ਇਹ ਗੁੱਡ ਆ, ਜਾਂ 12 ਖਰਚਦੇ ਹੋ, 15 ਕਰਦੇ, ਇਹਨੂੰ ਐਗਜ਼ਾਮਪਲ ਲੈ ਕੇ ਹੀ ਮੰਨਿਓ। ਇਹ ਕੋਈ ਪੱਕਾ ਨਹੀਂ ਆ ਕਿ ਇਨਕਮ 40 ਹੋਣੀ ਚਾਹੀਦੀ ਹੈ, ਖਰਚਾ ਇੰਨਾ ਹੀ ਹੋਣਾ ਚਾਹੀਦਾ, ਕੋਈ ਪੱਕਾ ਨਹੀਂ ਆ, ਜਸਟ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣ ਲਈ ਇਹ ਗੱਲ ਦੱਸ ਰਹੀ ਹਾਂ ਕਿ ਤੁਸੀਂ ਸਮਝ ਜੋ, ਮੇਰੀ ਗੱਲ ਨੂੰ ਕੈਚ ਕਰਿਓ। ਜੇਕਰ ਨਾ ਸਮਝ ਆਵੇ ਦੈਨ ਆਸਕ ਮੀ, ਵਟਸਐਪ ਕਰੋ, ਮੇਲ ਕਰੋ, ਕਾਲ ਕਰੋ, ਤਾਂ ਮੈਨੂੰ ਪੁੱਛੋ। ਜੇਕਰ ਸਮਝ ਨਹੀਂ ਆਈ ਤਾਂ ਪੁੱਛੋ, 1 ਵਾਰ ਪੁੱਛੋ, 10 ਵਾਰ ਪੁੱਛੋ, ਮੈਂ ਦੱਸੂਗਾ। ਓਕੇ, ਹੁਣ ਜੋ ਖਰਚਾ ਕਰਨਾ ਉਹ ਮੈਂ ਤੁਹਾਨੂੰ ਦਿੱਤਾ ਹੈ ਕਿ ਕਿਵੇਂ ਕਰਨਾ ਹੈ ਨਾ। ਯੂਜ਼ ਯੂਅਰ ਡੈਬਿਟ ਕਾਰਡ, ATM ਕਰੋ, ਪੇਟੀਐਮ ਕਰੋ, ਗੂਗਲ ਪੇ ਕਰੋ, ਹੈ ਨਾ, ਅਤੇ ਡਿਜੀਟਲ ਟ੍ਰਾਂਜੈਕਸ਼ਨਸ ਕਰੋ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ 12 ਤੋਂ 15 ਟ੍ਰਾਂਜੈਕਸ਼ਨਸ ਹਰ ਮਹੀਨੇ ਹੋਣ ਤਾਂ ਉਹਨੂੰ ਵੈਲ ਐਂਡ ਗੁੱਡ ਮੰਨਿਆ ਜਾਂਦਾ ਹੈ। ਤੁਸੀਂ 20 ਵੀ ਕਰ ਸਕਦੇ ਹੋ, 10 ਵੀ ਕਰ ਸਕਦੇ ਹੋ। ਕੁਛ ਲੋਕ ਕੀ ਕਰਦੇ ਨੇ, ਮੈਂ ਤੁਹਾਨੂੰ ਇੱਕ ਹੋਰ ਦਿੰਦਾ ਐਗਜ਼ਾਮਪਲ। ਕੁਛ ਲੋਕ ਕੀ ਕਰਦੇ ਨੇ, ਜਦੋਂ ਸਪੈਸ਼ਲੀ ਵੀਜ਼ੇ ਲਈ ਆਪਣੀ ਬੈਂਕ ਸਟੇਟਮੈਂਟ ਤਿਆਰ ਕਰ ਰਹੇ ਹੁੰਦੇ ਨੇ, ਤਾਂ ਫਿਰ ਉਹ ਕੀ ਕਰਦੇ ਨੇ, ਉਹ ਸਟੇਟਮੈਂਟ ਲੰਬੀ ਕਰਨ ਲਈ ਨਾ ਛੋਟੀਆਂ ਐਂਟਰੀਆਂ ਕਰ ਲੈਂਦੇ ਆ। ਲਾਈਕ ਤੁਸੀਂ ਘਰ ਦੇ ਸੌਦੇ ਲੈਣ ਜਾਂਦੇ ਹੋ, ਸੌਦੇ ਲਈ ਜੀ ਤੁਸੀਂ 5,000 ਦੇ, 6,000 ਦੇ, 7,000 ਦੇ, ਅਤੇ ਉਹ ਜੋ ਮਤਲਬ ਕਿ ਇੱਕੇ ਵਾਰ ਨਹੀਂ ਲਿਆਉਂਦੇ, ਫਿਰ ਉਹ ਸੌਦੇ ਉਹੀ ਮਹੀਨੇ ਦੇ ਸੌਦੇ 2-3 ਵਾਰ ਵਿੱਚ ਲਿਆਉਂਦੇ ਨੇ, ਤਾਂ ਕਿ ਛੋਟੀਆਂ ਐਂਟਰੀਆਂ ਪੈ ਜਾਣ ਅਤੇ ਸਟੇਟਮੈਂਟ ਲੰਬੀ ਹੋ ਜਾਵੇ। ਕੁਛ ਲੋਕ ਇਸ ਤਰ੍ਹਾਂ ਵੀ ਕਰਦੇ ਨੇ, ਉਹ ਤੁਸੀਂ ਕਰ ਸਕਦੇ ਹੋ ਆਪਣੇ ਹਿਸਾਬ ਨਾਲ, ਜੋ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਕਰ ਸਕਦੇ ਹੋ। ਬਟ ਜੋ ਮੇਨ ਚੀਜ਼ ਇਹ ਆ ਕਿ ਜੋ ਮੈਂ ਤੁਹਾਨੂੰ ਮੇਨ ਗੱਲ ਸਮਝਾ ਰਿਹਾ ਕਿ ਬੈਂਕ ਸਟੇਟਮੈਂਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਉਹ ਤੁਸੀਂ ਸਮਝ ਲਓ। ਐਂਟਰੀਆਂ ਦਾ ਇੰਨਾ ਚੱਕਰ ਨਹੀਂ ਹੈ ਕਿ ਐਂਟਰੀਆਂ ਕਿੰਨੀਆਂ ਹੋਣੀਆਂ ਚਾਹੀਦੀਆਂ, ਬਹੁਤਾ ਬੜੀ ਇਸ਼ੂ ਨਹੀਂ ਹੈਗਾ ਇਹ, ਠੀਕ ਹੈ। ਜਾਣੀ ਕਿ ਮੈਂ ਤੁਹਾਨੂੰ ਇੰਨਾ ਕੁ ਦੱਸਤਾ ਵੀ ਹਾਂ, ਮਹੀਨੇ ਦੀਆਂ 12-15 ਹੋਣ ਤਾਂ ਵੈਲ ਐਂਡ ਗੁੱਡ। ਅਤੇ ਹੁਣ ਇੱਕ ਗੱਲ ਹੋਰ ਕਰਦੇ ਹਾਂ, ਕੁਛ ਲੋਕਾਂ ਕੋਲ ਅਦਰ ਇਨਕਮ ਵੀ ਹੁੰਦੀ ਆ। ਮੰਨ ਲਓ ਇੱਕ ਸੈਲਰੀ ਪਰਸਨ ਆ ਬੰਦਾ, ਅਤੇ ਉਹਨੂੰ ਕਿਸੇ ਪਾਸਿਓਂ ਰੈਂਟ ਦੀ ਮਨੀ ਵੀ ਆ ਰਹੀ ਆ, ਉਹਨੇ ਘਰ ਰੈਂਟ 'ਤੇ ਦਿੱਤਾ ਹੋਇਆ, ਜਾਂ ਕੋਈ ਬੰਦਾ ਸੈਲਰੀ ਪਰਸਨ ਆ, ਉਹਨੂੰ ਕਿਸੇ ਹੋਰ ਪਾਸਿਓਂ ਇਨਕਮ ਆ ਰਹੀ ਆ, ਅਤੇ ਉਹ ਇਨਕਮ ਤੁਹਾਡੀ ਬੈਂਕ ਸਟੇਟਮੈਂਟ ਵਿੱਚ ਆ ਰਹੀ ਹੈ, ਤੁਹਾਡੇ ਸੇਵਿੰਗ ਅਕਾਊਂਟ ਦੇ ਵਿੱਚ, ਤਾਂ ਜ਼ਰੂਰੀ ਆ ਕਿ ਉਹ ਸਾਬਤ ਹੋਣੀ ਚਾਹੀਦੀ ਆ। ਉੱਥੇ ਤੁਹਾਡਾ ਸੋਰਸ ਆਫ ਇਨਕਮ, ਉਹ ਜੋ ਪੈਸਾ ਆ ਰਿਹਾ ਕਿਉਂ ਆ ਰਿਹਾ, ਕਿਸ ਚੀਜ਼ ਦਾ ਪੈਸਾ, ਉਹ ਰੈਂਟ ਦੀ ਇਨਕਮ ਆ ਜਾਂ ਕੋਈ ਹੋਰ ਆ, ਜਾਂ ਤੁਹਾਡੀ ਕੋਈ ਸ਼ਾਪ ਆ ਵੀ ਉਹਦਾ ਰੈਂਟ ਆ ਰਿਹਾ, ਜਾਂ ਕੁਛ ਵੀ, ਐਨੀਥਿੰਗ, ਠੀਕ ਆ, ਉਹ ਸਾਬਤ ਹੋਣਾ ਚਾਹੀਦਾ। ਅਤੇ ਇਸ ਦੇ ਉਲਟ ਜੇਕਰ ਪੈਸਾ ਆ ਰਿਹਾ ਹੈ, ਮੰਨ ਲਓ ਤੁਹਾਡੀ ਸੈਲਰੀ ਆ ਰਹੀ ਹੈ, ਸੈਲਰੀ ਤੋਂ ਬਿਨਾਂ ਵੀ ਪੈਸਾ ਆ ਰਿਹਾ ਤੁਹਾਡੇ ਖਾਤੇ ਦੇ ਵਿੱਚ, 20,000 ਆ ਰਿਹਾ, 50 ਲੱਖ ਆ ਰਿਹਾ, 2 ਲੱਖ ਆ ਰਿਹਾ, ਜਾਂ ਕਿੰਨਾ ਵੀ ਆ ਰਿਹਾ ਹੈ, ਜਾਂ ਕਿੰਨੀਆਂ ਵੀ ਐਂਟਰੀਆਂ ਆ ਰਹੀਆਂ ਨੇ, ਵੀਜ਼ਾ ਤਾਂ ਇੱਕ ਐਂਟਰੀ ਵੀ ਰਿਫਿਊਜ਼ ਕਰਾ ਦਿੰਦੀ ਹੈ। ਇੱਕ ਇਸ ਤਰ੍ਹਾਂ ਦੀ ਐਂਟਰੀ ਜਿਹਦਾ ਕੋਈ ਸੋਰਸ ਨਾ ਹੋਵੇ, ਅਤੇ ਚੰਗੀ ਐਂਟਰੀ 20-25 ਹਜ਼ਾਰ ਰੁਪਏ ਦੀ ਹੋਵੇ, ਅਤੇ ਉਹਦਾ ਕੋਈ ਸੋਰਸ ਨਾ ਹੋਵੇ, ਤੁਸੀਂ ਸਾਬਤ ਨਾ ਕਰ ਸਕੋ ਉਹ ਪੈਸਾ ਕਿੱਥੋਂ ਆਇਆ, ਤਾਂ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ। ਸਪੈਸ਼ਲੀ ਇਹ ਮੈਂ UK ਲਈ ਕਹਿ ਰਿਹਾ,
यूके ਲਈ ਕਹਿ ਰਹੇ ਹਾਂ ਇਹ ਚੀਜ਼ ਮੈਂ, ਠੀਕ ਹੈ। ਕੈਨੇਡਾ ਵਗੈਰਾ ਵਿੱਚ ਚੱਲ ਵੀ ਜਾਂਦਾ, यूके 'ਚ ਨਹੀਂ ਚੱਲਦਾ। ਸੋ ਜ਼ਰੂਰੀ ਆ, ਮੇਰੀਆਂ ਗੱਲਾਂ ਨੂੰ ਸਮਝ ਲਿਓ, ਨੋਟ ਕਰ ਲਿਓ। ਜੇਕਰ ਸੈਲਰੀ ਤੋਂ ਬਿਨਾਂ ਹੋਰ ਪੈਸਾ ਆ ਰਿਹਾ ਤੁਹਾਡੇ ਖਾਤੇ ਵਿੱਚ ਤਾਂ ਉਹ ਸਾਬਤ ਹੋਣਾ ਚਾਹੀਦਾ ਹੈ ਕਿ ਉਹ ਪੈਸਾ ਕਿਸ ਚੀਜ਼ ਦਾ ਹੈ, ਕਿਉਂ ਆ ਰਿਹਾ ਹੈ, ਉਹਦਾ ਸੋਰਸ ਕੀ ਆ। ਬਸ ਇੰਨਾ ਹੀ ਆ, ਹੋਰ ਕੁਝ ਨਹੀਂ ਆ। ਇਹੀ ਆ ਬੈਂਕ ਸਟੇਟਮੈਂਟ। ਇੱਕ ਤਾਂ ਇਨਕਮ ਇਨ ਲਾਈਨ ਰੱਖੋ, ਦੂਜਾ ਜੇਕਰ ਕੋਈ ਫਾਲਤੂ ਦੀ ਐਂਟਰੀਜ਼ ਆ ਰਹੀਆਂ ਤੁਹਾਡੇ ਖਾਤੇ ਦੇ ਵਿੱਚ ਤਾਂ ਉਹਨਾਂ ਨੂੰ ਸਾਬਿਤ ਕਰੋ। ਵੈਸੇ ਤਾਂ ਕੋਸ਼ਿਸ਼ ਕਰੋ ਕਿ ਫਾਲਤੂ ਐਂਟਰੀ ਨਾ ਲਓ, ਠੀਕ ਆ, ਬਟ ਜੇ ਆ ਹੀ ਰਹੀ ਆ ਤਾਂ ਉਹਨੂੰ ਸਾਬਿਤ ਕਰੋ। ਥਰਡ, ਜੇਕਰ ਤੁਹਾਡੀ ਕੋਈ ਅਦਰ ਇਨਕਮ ਆ ਤੇ ਤੁਹਾਡੇ ਉਹ ਵੀ ਖਾਤੇ 'ਚ ਆ ਰਹੀ ਆ ਤਾਂ ਉਹਨੂੰ ਵੀ ਸਾਬਿਤ ਕਰਨਾ ਪੈਣਾ ਤੁਹਾਨੂੰ ਕਿ ਉਹ ਪੈਸਾ ਕਿਸ ਚੀਜ਼ ਦਾ, ਰੈਂਟ ਦਾ ਹੈ ਪੈਸਾ, ਹੈ ਨਾ, ਜਾਂ ਹੋਰ ਕਿਸੇ ਚੀਜ਼ ਦਾ ਪੈਸਾ ਹੈ, ਉਹ ਵੀ ਤੁਹਾਨੂੰ ਸਾਬਿਤ ਕਰਨਾ ਪੈਣਾ ਹੈ। ਤੇ ਇਹੀ ਆ ਬਸ, ਇਹ ਹੋ ਗਈ ਸੈਲਰੀ ਪਰਸਨ ਦੀ ਬੈਂਕ ਸਟੇਟਮੈਂਟ। ਇਹਦੇ ਵਿੱਚ ਤੁਹਾਡਾ ਕੋਈ ਕੁਐਸਚਨ ਹੋਵੇ then you can ask me anytime. You can ask me. If I will not pick up the call, then you can message me. When I will free, I will answer you. ठीक है जी। ਤੇ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ। ਸਬਸਕ੍ਰਾਈਬ ਕਰਨ ਦੇ ਨਾਲ ਘੰਟੀ ਦਾ ਵੀ ਬਟਨ ਦੱਬ ਦਿਓ ਤਾਂ ਕਿ ਤੁਹਾਨੂੰ ਆਉਣੇ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਪਹੁੰਚ ਜਾਣ ਤੁਹਾਡੇ ਤੱਕ, ਤੁਹਾਨੂੰ ਪਤਾ ਲੱਗ ਜਾਵੇ ਕਿ ਹਾਂ ਨਵੀਂ ਵੀਡੀਓ ਆਈ ਹੈ ਮੇਰੀ, ਅਤੇ ਉਹਨੂੰ ਤੁਸੀਂ ਦੇਖ ਸਕੋ। ਇਹ ਬਹੁਤ ਜ਼ਰੂਰੀ ਨੇ, ਇਹ ਜੋ ਮੈਂ ਤੁਹਾਨੂੰ ਵੀਡੀਓਜ਼ ਪਾਉਣੀਆਂ ਨੇ ਨਾ ਇੱਕ ਤੋਂ ਬਾਅਦ ਇੱਕ, ਬੜੀ ਜ਼ਰੂਰੀ ਵੀਡੀਓਜ਼ ਨੇ ਜੇਕਰ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ। ਕਿਉਂਕਿ ਮੈਂ ਇਹ ਜੋ ਚੈਨਲ ਬਣਾਇਆ ਇਸੇ ਲਈ ਬਣਾਇਆ ਤਾਂ ਕਿ ਤੁਹਾਨੂੰ ਦੱਸਿਆ ਜਾ ਸਕੇ, ਤਾਂ ਕਿ ਤੁਸੀਂ ਗਲਤੀਆਂ ਨਾ ਕਰੋ, ਬਾਰ-ਬਾਰ ਗਲਤੀਆਂ ਨਾ ਕਰੋ। ਕੋਈ ਬੰਦਾ ਹੈ 6 ਮਹੀਨੇ ਲਾਉਂਦਾ ਹੈ ਅਤੇ ਆਪਣੀ ਬੈਂਕ ਸਟੇਟਮੈਂਟ ਤਿਆਰ ਕਰਦਾ ਹੈ ਨਾ, ਮਿਹਨਤ ਕਰਦਾ ਹੈ, ਅਤੇ ਮੰਨ ਲਓ ਕਿਸੇ ਬੰਦੇ ਦੀ, ਇੱਕ ਸੀਗਾ ਮੇਰਾ ਫਰੈਂਡ, ਉਹਦੀ ਸੈਲਰੀ ਕੈਸ਼ ਆਉਂਦੀ ਸੀ, ਬੜੀ ਰਿਕੁਐਸਟ ਕੀਤੀ ਉਹਨੇ ਆਪਣੇ ਇੰਪਲੋਇਰ ਨੂੰ, ਬਹੁਤ ਰਿਕੁਐਸਟ ਕੀਤੀ। ਚਲੋ ਉਹਦਾ ਇੰਪਲੋਇਰ ਮੰਨ ਗਿਆ, ਠੀਕ ਹੈ ਜੀ ਅਕਾਊਂਟ 'ਚ ਪਾ ਦਿੰਦਾ ਮੈਂ 6 ਮਹੀਨੇ ਲਈ, ਬਟ 6 ਮਹੀਨੇ ਉਸ ਤੋਂ ਬਾਅਦ ਕੈਸ਼ ਦਊਂਗਾ। ਚਲੋ ਮੰਨ ਗਿਆ ਉਹਦਾ ਇੰਪਲੋਇਰ, ਉਹਦੀ ਸੈਲਰੀ ਅਕਾਊਂਟ 'ਚ ਆਉਣ ਲੱਗ ਗਈ। ਬਟ 6 ਮਹੀਨੇ ਬਾਅਦ ਜਦੋਂ ਮੈਨੂੰ ਉਹਨੇ ਲਿਆ ਕੇ ਬੈਂਕ ਸਟੇਟਮੈਂਟ ਦਿਖਾਈ, ਉਹਦੇ ਵਿੱਚ ਗਲਤੀਆਂ ਸੀਗੀਆਂ। ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਬੰਦਾ ਫਸ ਜਾਂਦਾ। ਸੋ ਇਸੇ ਲਈ ਮੈਂ ਚੈਨਲ ਬਣਾਇਆ ਹੈ ਤਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ, ਤਾਂ ਕਿ ਤੁਸੀਂ ਗਲਤੀ ਨਾ ਕਰੋ ਅਤੇ ਪਹਿਲੀ ਸੈੱਟ ਵਿੱਚ ਹੀ, ਪਹਿਲੀ ਵਾਰ ਵਿੱਚ ਹੀ ਤੁਹਾਡਾ ਵੀਜ਼ਾ ਨਿਕਲਣ ਦੇ ਚਾਂਸ 100% ਹੋਣ। ਠੀਕ ਹੈ ਜੀ। ਬਾਕੀ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਹੋਰ ਕੋਈ ਗੱਲਬਾਤ ਹੋਈ ਉਹ ਮੈਨੂੰ ਪੁੱਛ ਲਿਓ, ਕੋਈ ਪ੍ਰੋਬਲਮ ਨਹੀਂ ਆ। ਮੈਸੇਜ ਕਰ ਦਿਆ ਕਰੋ, ਜੇਕਰ ਮੈਂ ਫੋਨ ਨਹੀਂ ਚੱਕਦਾ ਮੈਸੇਜ ਕਰ ਦਿਆ ਕਰੋ, ਮੈਂ ਆਪ ਹੀ ਟਾਈਮ ਕੱਢ ਕੇ ਦੇਖ ਕੇ ਆਨਸਰ ਤੁਹਾਨੂੰ ਤੁਹਾਡਾ ਮਿਲ ਜੂਗਾ। ਇੱਕ ਵਾਰ ਸਮਝ ਨਹੀਂ ਆਉਂਦੀ ਤਾਂ 10 ਵਾਰ ਪੁੱਛੋ। ਮੈਂ ਨਹੀਂ ਕਹੂੰਗਾ ਕਿ ਤੁਸੀਂ ਇੱਕੋ ਕੁਐਸਚਨ 10 ਵਾਰ ਕਿਉਂ ਪੁੱਛ ਰਹੇ ਹੋ। ਜਦ ਤੱਕ ਸਮਝ ਨਹੀਂ ਆਉਂਦੀ ਉਦੋਂ ਤੱਕ ਪੁੱਛਣਾ ਹੈ। ਠੀਕ ਹੈ ਜੀ, ਚਲੋ ਓਕੇ, ਬਾਏ ਬਾਏ।